ਡੀਅਰ ਸਟੂਡੈਂਟਸ, ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਸ਼ੀਤ ਯੁੱਧ ਨੇ ਲਗਭਗ 4-5 ਦਹਾਕੇ ਵਿਸ਼ਵ ਨੂੰ ਅਸੀਂ ਕਹਿ ਸਕਦੇ ਹਾਂ ਸੂਲੀ ਤੇ ਟੰਗ ਕੇ ਰੱਖਿਆ ਹੈ। 1947 ਤੋਂ ਲੈ ਕੇ 1991 ਤੱਕ ਵਿਸ਼ਵ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਰਿਹਾ ਹੈ ਜਿਵੇਂ ਕਿ ਅਸੀਂ ਬਰੂਦ ਦੇ ਢੇਰ ਤੇ ਬੈਠੇ ਹੋਈਏ, ਕਿਉਂਕਿ ਵਿਸ਼ਵ ਦੀਆਂ ਜੋ ਦੋ ਮਹਾਸ਼ਕਤੀਆਂ ਸੀ, ਸੋਵੀਅਤ ਸੰਘ ਅਤੇ USA, ਉਹਨਾਂ ਦੇ ਵਿਚਕਾਰ ਆਪਸ ਦੇ ਵਿੱਚ ਕੱਟੜ ਦੁਸ਼ਮਣੀ ਸੀ। ਇਸ ਦੁਸ਼ਮਣੀ ਨੂੰ ਉਹ ਦੁਨੀਆ ਦੇ ਹੋਰ ਰਾਜਾਂ ਦੇ ਵਿੱਚ ਜਿੱਥੇ ਕਿਤੇ ਕੋਈ ਛੋਟਾ-ਮੋਟਾ ਯੁੱਧ ਚੱਲ ਰਿਹਾ, ਕੋਈ ਘਰੇਲੂ ਯੁੱਧ ਚੱਲ ਰਿਹਾ, ਸਿਵਲ ਵਾਰ ਚੱਲ ਰਹੀ ਹੈ ਕਿਸੇ ਰਾਜ ਦੇ ਵਿੱਚ, ਉਸ ਦੇ ਥਰੂ ਇਸ ਨੂੰ ਉਹ ਐਕਸਪ੍ਰੈਸ ਕਰਦੇ ਰਹਿੰਦੇ ਸੀ। ਭਾਵ ਕਿਸੇ ਰਾਜ ਦੇ ਵਿੱਚ ਇੱਕ ਗਰੁੱਪ ਦੀ ਤੀਜੇ ਸਪੋਰਟ USA ਕਰ ਰਿਹਾ ਹੈ, ਦੂਸਰੇ ਗਰੁੱਪ ਦੀ ਸਪੋਰਟ USSR ਕਰਨ ਲੱਗ ਜਾਂਦਾ ਸੀ। ਇਸ ਤਰ੍ਹਾਂ ਇਹਨਾਂ ਦੋ ਮਹਾਸ਼ਕਤੀਆਂ ਨੇ ਕਈ ਪ੍ਰੋਕਸੀ ਵਾਰਜ਼ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਲੜੀਆਂ ਅਤੇ ਵਿਸ਼ਵ ਨੂੰ ਸਭ ਤੋਂ ਵੱਡਾ ਡਰ ਸੀ ਕਿ ਜੇ ਕਿਤੇ ਇਹਨਾਂ ਦੋ ਮਹਾਸ਼ਕਤੀਆਂ ਦਾ ਕੋਈ ਯੁੱਧ ਲੱਗ ਜਾਂਦਾ ਹੈ ਤਾਂ ਪੂਰਾ ਵਿਸ਼ਵ ਵੀ ਉਸ ਨਾਲ ਤਬਾਹ ਹੋ ਸਕਦਾ ਹੈ, ਕਿਉਂਕਿ ਅਜਿਹਾ ਯੁੱਧ ਚਾਂਸ ਸੀ ਕਿ ਥਰਡ ਵਰਲਡ ਵਾਰ ਦੇ ਵਿੱਚ ਬਦਲ ਜਾਵੇਗਾ, ਕਿਉਂਕਿ ਜਿਹੜੇ ਬਾਕੀ ਰਾਜ ਨੇ ਦੁਨੀਆ ਦੇ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਦੋ ਮਹਾਸ਼ਕਤੀਆਂ ਦੇ ਧੜਿਆਂ ਦੇ ਵਿੱਚ ਮਿਲੇ ਹੋਏ ਸੀ। ਪਰੰਤੂ ਫਿਰ ਇਹ ਸ਼ੀਤ ਯੁੱਧ ਮੱਠਾ ਪੈਣਾ ਸ਼ੁਰੂ ਹੋਇਆ 80ਵਿਆਂ ਦੇ ਵਿੱਚ ਤੇ ਫਿਰ 90ਵਿਆਂ ਦੇ ਵਿੱਚ ਜਾ ਕੇ ਬਿਲਕੁਲ ਹੀ ਖਤਮ ਹੋ ਗਿਆ। ਇਸ ਕੁਐਸਚਨ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਉਹ ਕਿਹੜੇ-ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਸ਼ੀਤ ਯੁੱਧ ਮੱਠਾ ਪਿਆ ਜਾਂ ਸ਼ੀਤ ਯੁੱਧ ਖਤਮ ਹੋਇਆ। ਪਹਿਲਾ ਮੁੱਖ ਕਾਰਨ ਕਿਹਾ ਜਾ ਸਕਦਾ ਹੈ ਸੋਵੀਅਤ ਸੰਘ ਦੀ ਅਗਵਾਈ ਵਿੱਚ ਪਰਿਵਰਤਨ, ਜਿੱਥੇ ਮਿਖਾਇਲ ਗੋਰਬਾਚੇਵ 1985 ਦੇ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਲੀਡਰ ਦੇ ਤੌਰ ਤੇ ਉੱਭਰੇ, ਸਰਕਾਰ ਦੀਆਂ ਪੋਜੀਸ਼ਨਾਂ ਦੇ ਵਿੱਚ ਵੀ ਅਤੇ ਪਾਰਟੀ ਦੀਆਂ ਪੋਜੀਸ਼ਨਾਂ ਦੇ ਵਿੱਚ ਵੀ। ਉਹਨਾਂ ਨੇ ਸੋਵੀਅਤ ਸੰਘ ਦੇ ਸ਼ਾਸਨ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ, ਇਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਤੇ ਜੋ ਕਮਿਊਨਿਸਟ ਪਾਰਟੀ ਦੀ ਇਸ ਵਿੱਚ ਇੰਟਰਫੇਰੈਂਸ ਸੀ ਉਸ ਨੂੰ ਘੱਟ ਕਰਨ ਲਈ ਕੁਝ ਨਵੀਆਂ ਨੀਤੀਆਂ ਅਪਣਾਈਆਂ। ਇਹਨਾਂ ਦੇ ਵਿੱਚੋਂ ਦੋ ਮਹੱਤਵਪੂਰਨ ਨੀਤੀਆਂ ਸੀ ਪੈਰੇਸਟਰੋਇਕਾ ਅਤੇ ਗਲਾਸਨੋਸਟ। ਇਹ ਨੀਤੀਆਂ ਨੇ ਜਿਹੜੀਆਂ ਇਹ ਥੋੜ੍ਹੀਆਂ ਜਿਹੀਆਂ ਉਦਾਰਵਾਦੀ ਨੀਤੀਆਂ ਸੀ, ਜਿਨ੍ਹਾਂ ਦੇ ਨਾਲ ਸੋਵੀਅਤ ਸੰਘ ਦੀ ਜਿਹੜੀ ਕੱਟੜਤਾ ਸੀ, ਕਮਿਊਨਿਸਟ ਕੱਟੜਤਾ ਸੀ, ਉਸ ਦੇ ਵਿੱਚ ਥੋੜ੍ਹੀ ਜਿਹੀ ਕਮੀ ਆਈ ਅਤੇ ਪੱਛਮੀ ਰਾਜਾਂ ਦੇ ਵਿੱਚ ਸੋਵੀਅਤ ਸੰਘ ਪ੍ਰਤੀ ਚੰਗਾ ਪ੍ਰਭਾਵ ਬਣਿਆ। ਇਹਨਾਂ ਦੇ ਜਿਹੜੀਆਂ ਦੋ ਮਹੱਤਵਪੂਰਨ ਨੀਤੀਆਂ ਸੀ ਮਿਖਾਇਲ ਗੋਰਬਾਚੇਵ ਦੀਆਂ, ਗਲਾਸਨੋਸਟ ਅਤੇ ਪੈਰੇਸਟਰੋਇਕਾ, ਇਹਨਾਂ ਦੇ ਵਿੱਚੋਂ ਗਲਾਸਨੋਸਟ ਦਾ ਮੀਨਿੰਗ ਸੀ ਕਿ ਸੋਵੀਅਤ ਸੰਘ ਦੇ ਪ੍ਰਸ਼ਾਸਨ ਦੇ ਵਿੱਚ ਖੁੱਲ੍ਹਾਪਣ ਅਤੇ ਪਾਰਦਰਸ਼ਤਾ ਲਿਆਉਣਾ, ਕਿਉਂਕਿ ਇਸ ਤੋਂ ਪਹਿਲਾਂ ਸੋਵੀਅਤ ਸੰਘ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ, ਕਮਿਊਨਿਸਟ ਪਾਰਟੀ ਦੀ ਇੰਟਰਫੇਰੈਂਸ ਦੇ ਖਿਲਾਫ ਕਿਸੇ ਵੀ ਵਿਅਕਤੀ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ। ਬੜੀਆਂ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਪਰੰਤੂ ਜੋ ਗਲਾਸਨੋਸਟ ਦੀ ਨੀਤੀ ਹੈ ਸੋਵੀਅਤ ਸੰਘ ਦੀ, ਉਸ ਦੇ ਅਧੀਨ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਗਿਆ। ਸੋਵੀਅਤ ਨਾਗਰਿਕਾਂ ਨੂੰ ਵਧੇਰੇ ਅਧਿਕਾਰ, ਵਧੇਰੇ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਗਈਆਂ। ਇਹਨਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਸੁਤੰਤਰਤਾ ਸੀ ਕਿ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਦਿੱਤਾ ਗਿਆ। ਪ੍ਰੈਸ ਤੋਂ ਪਾਬੰਦੀਆਂ ਹਟਾਈਆਂ ਗਈਆਂ। ਸੋਵੀਅਤ ਮੁਖੀ ਗੋਰਬਾਚੇਵ ਨੇ ਜਨਤਾ ਦੁਆਰਾ ਸਰਕਾਰ ਦੀਆਂ ਜਿਹੜੀਆਂ ਕਮੀਆਂ ਸੀ ਉਹਨਾਂ ਦੀ ਆਲੋਚਨਾ ਨੂੰ ਸਵੀਕਾਰ ਕਰਨਾ ਸ਼ੁਰੂ ਕੀਤਾ ਅਤੇ ਸਵੀਕਾਰ ਹੀ ਨਹੀਂ, ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਣ ਲੱਗਿਆ। ਤੇ ਇਸ ਦਾ ਇੱਕ ਪ੍ਰਭਾਵ ਇਹ ਪਿਆ ਕਿ ਲੋਕਾਂ ਨੇ ਜਿਹੜੇ ਆਪਣੇ ਮਨ ਦੇ ਵਿਚਾਰ ਸੀ ਉਹ ਖੁੱਲ੍ਹ ਕੇ ਐਕਸਪ੍ਰੈਸ ਕਰਨੇ ਸ਼ੁਰੂ ਕੀਤੇ ਅਤੇ ਬਹੁਤੇ ਲੋਕਾਂ ਦੇ ਜਿਹੜੇ ਮਨ ਦੇ ਵਿਚਾਰ ਸੀ ਉਹ ਕਮਿਊਨਿਜ਼ਮ ਤੋਂ ਛੁਟਕਾਰਾ ਪਾਉਣ ਵਾਲੇ ਸੀ। ਵਿਸ਼ੇਸ਼ ਕਰਕੇ ਜਿਹੜੇ ਰਸ਼ੀਆ ਤੋਂ ਬਿਨਾਂ ਦੂਸਰੀਆਂ ਸਟੇਟਾਂ ਸੀ, ਪੂਰਬੀ ਯੂਰਪ ਦੀਆਂ ਸਟੇਟਾਂ ਸੀ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਮਿਊਨਿਜ਼ਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸੀ। ਇਸ ਲਈ ਜਿਉਂ ਹੀ ਥੋੜ੍ਹੀ ਜਿਹੀ ਸੁਤੰਤਰਤਾ ਪ੍ਰਾਪਤ ਹੋਈ ਤਾਂ ਲੋਕਾਂ ਦਾ ਜਨਮਤ ਦਾ ਝੁਕਾਅ ਸੀ ਜਿਹੜਾ ਉਹ ਕਮਿਊਨਿਜ਼ਮ ਤੋਂ ਸੁਤੰਤਰਤਾ ਵੱਲ ਹੋਣਾ ਸ਼ੁਰੂ ਹੋ ਗਿਆ ਤੇ ਇਹ ਸੋਵੀਅਤ ਸੰਘ ਦੇ ਟੁੱਟਣ ਦਾ ਇੱਕ ਬਹੁਤ ਮਹੱਤਵਪੂਰਨ ਕਾਰਨ ਬਣਿਆ। ਦੂਸਰੀ ਨੀਤੀ ਸੀ ਪੈਰੇਸਟਰੋਇਕਾ। ਪੈਰੇਸਟਰੋਇਕਾ ਦਾ ਅਰਥ ਸੀ ਪੁਨਰ ਨਿਰਮਾਣ ਜਾਂ ਰੀਕਨਸਟਰਕਸ਼ਨ। ਇਸ ਨੀਤੀ ਅਧੀਨ ਸੋਵੀਅਤ ਸੰਘ ਦੀ ਆਰਥਿਕ ਅਤੇ ਰਾਜਨੀਤਿਕ ਸਥਿਤੀ ਵਿੱਚ ਸੁਧਾਰ ਕੀਤੇ ਜਾਣੇ ਸਨ, ਭਾਵ ਉਹਨਾਂ ਨੂੰ ਰੀਕਨਸਟਰਕਟ ਕੀਤਾ ਜਾਣਾ ਸੀ। ਇਹਨਾਂ ਸੁਧਾਰਾਂ ਦੇ ਸਿੱਟੇ ਵਜੋਂ ਸੋਵੀਅਤ ਆਰਥਿਕਤਾ ਜਿਹੜੀ ਪਹਿਲਾਂ ਪੂਰੀ ਤਰ੍ਹਾਂ ਸਟੇਟ ਕੰਟਰੋਲਡ ਸੀ ਉਸ ਨੂੰ ਥੋੜ੍ਹਾ ਜਿਹਾ ਮਾਰਕੀਟ ਇਕਨੋਮੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਦਾ ਉਦੇਸ਼ ਸੀ ਕਿ ਸਮਾਜਵਾਦੀ ਜਾਂ ਸਾਮਵਾਦੀ ਜੋ ਅਰਥ ਵਿਵਸਥਾ ਹੈ ਉਸ ਨੂੰ ਜ਼ਿਆਦਾ ਨਿਪੁੰਨ ਬਣਾਇਆ ਜਾਵੇ, ਇਸ ਨੂੰ ਜ਼ਿਆਦਾ ਕੰਪੀਟੀਟਿਵ ਬਣਾਇਆ ਜਾਵੇ। ਪਰੰਤੂ ਇਸ ਨੀਤੀ ਦਾ ਜਿਹੜਾ ਰਿਜ਼ਲਟ ਹੈ ਉਹ ਸੋਵੀਅਤ ਸੰਘ ਲਈ ਚੰਗਾ ਨਹੀਂ ਨਿਕਲਿਆ। ਇਸ ਨੀਤੀ ਦਾ ਇੱਕ ਰਿਜ਼ਲਟ ਵੀ ਇਹ ਨਿਕਲਿਆ ਕਿ ਸੋਵੀਅਤ ਸੰਘ ਦੇ ਟੁੱਟਣ ਦੇ ਜਿਹੜੇ ਸਾਜ਼ਗਾਰ ਮਾਹੌਲ ਸੀ ਉਹ ਬਣਨਾ ਸ਼ੁਰੂ ਹੋਇਆ ਤੇ ਇਸ ਨੀਤੀ ਨੂੰ ਸੋਵੀਅਤ ਸੰਘ ਦੇ ਟੁੱਟਣ ਲਈ ਤੇ ਨਤੀਜੇ ਵਜੋਂ ਸ਼ੀਤ ਯੁੱਧ ਦੇ ਖਤਮ ਹੋਣ ਲਈ ਬਹੁਤ ਮਹੱਤਵਪੂਰਨ ਸਮਝਿਆ ਜਾਂਦਾ ਹੈ। ਚੌਥੀ ਘਟਨਾ ਹੈ ਇਸ ਸਮੇਂ ਦੀ ਜਿਸ ਨੇ ਸ਼ੀਤ ਯੁੱਧ ਤੇ ਪਾਣੀ ਪਾਉਣ ਦਾ ਕੰਮ ਕੀਤਾ, ਜੈਨੇਵਾ ਸਮਝੌਤਾ 1988। ਸੋਵੀਅਤ ਸੰਘ ਨੇ ਅਫਗਾਨਿਸਤਾਨ ਦੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਪਹਿਲਾਂ ਤਾਂ ਆਪਣੀ ਕਠਪੁਤਲੀ ਸਰਕਾਰ ਸਥਾਪਿਤ ਕੀਤੀ, ਫਿਰ ਮਾਹੌਲ ਖਰਾਬ ਕੀਤਾ, ਫਿਰ ਸ਼ਾਂਤੀ ਸਥਾਪਿਤ ਕਰਨ ਲਈ ਆਪਣੀਆਂ ਸੈਨਾਵਾਂ ਭੇਜੀਆਂ। ਭਾਵ ਅਫਗਾਨਿਸਤਾਨ ਦੇ ਵਿੱਚ 1979 ਦੇ ਵਿੱਚ
ਮਨਮਰਜ਼ੀ ਦੇ ਨਾਲ ਦਖਲਅੰਦਾਜ਼ੀ ਕੀਤੀ, ਕਿਉਂਕਿ ਜਿਹੜੇ ਅਫਗਾਨੀ ਲੋਕ ਸੀ ਉਹ ਇਸ ਦਖਲਅੰਦਾਜ਼ੀ ਦੇ ਵਿਰੁੱਧ ਸੀ ਤੇ ਉਹ ਸੰਘਰਸ਼ ਕਰ ਰਹੇ ਸੀ। ਸੋਵੀਅਤ ਸੰਘ ਦੀ ਜਿਹੜੀ ਇਹ ਕਾਰਵਾਈ ਸੀ ਉਸ ਦਾ ਬਹੁਤ ਜ਼ਿਆਦਾ ਵਿਰੋਧ ਹੁੰਦਾ ਰਿਹਾ। ਸੋਵੀਅਤ ਸੰਘ ਨੂੰ ਇਸ ਵਿੱਚ ਕੋਈ ਕਾਮਯਾਬੀ ਵੀ ਹੱਥ ਨਹੀਂ ਲੱਗੀ ਅਤੇ ਦੁਨੀਆ ਭਰ ਦੇ ਵਿੱਚ ਇਸ ਦਾ ਜਿਹੜਾ ਕੱਟੜ ਵਿਰੋਧ ਹੋ ਰਿਹਾ ਸੀ। ਤੇ ਫਿਰ ਅਖੀਰ ਤੇ 1988 ਦੇ ਵਿੱਚ ਸਮਝੌਤਾ ਹੋਇਆ, ਜਿਸ ਨੂੰ ਜੈਨੇਵਾ ਸਮਝੌਤਾ ਕਿਹਾ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਜੈਨੇਵਾ ਵਿਖੇ ਇਹ ਸਮਝੌਤਾ ਹੋਇਆ, ਜਿਹਦੇ ਵਿੱਚ ਪਾਕਿਸਤਾਨ ਵੀ ਸ਼ਾਮਲ ਸੀ, ਅਫਗਾਨਿਸਤਾਨ ਦੀ ਸਰਕਾਰ ਵੀ ਸ਼ਾਮਲ ਸੀ ਤੇ ਅਮਰੀਕਾ ਅਤੇ ਸੋਵੀਅਤ ਸੰਘ ਨੇ ਜਿਹੜੇ ਇਸ ਵਿੱਚ ਗਰਾਂਟਰ ਦੇ ਤੌਰ ਤੇ ਸ਼ਾਮਲ ਸੀ। ਕਿਉਂਕਿ ਸੋਵੀਅਤ ਸੰਘ ਸ਼ੁਰੂ ਤੋਂ ਹੀ ਇਹ ਇਲਜ਼ਾਮ ਲਾਉਂਦਾ ਆ ਰਿਹਾ ਸੀ ਕਿ ਅਮਰੀਕਾ ਅਤੇ ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ, ਉੱਥੋਂ ਦੀ ਸਰਕਾਰ ਦੇ ਕੰਮਾਂ ਦੇ ਵਿੱਚ ਇੰਟਰਫੀਰੈਂਸ ਕਰ ਰਹੇ ਹਨ, ਇਸ ਲਈ ਅਸੀਂ ਆਪਣੀਆਂ ਸੈਨਾਵਾਂ ਉੱਥੇ ਸ਼ਾਂਤੀ ਬਹਾਲੀ ਲਈ ਭੇਜੀਆਂ ਹਨ। ਜੇਕਰ ਇਹ ਬਾਹਰਲੀਆਂ ਸ਼ਕਤੀਆਂ ਭਰੋਸਾ ਦੇਣ ਕਿ ਉਹ ਇੰਟਰਫੀਰੈਂਸ ਬੰਦ ਕਰਨਗੀਆਂ ਤਾਂ ਅਸੀਂ ਆਪਣੀਆਂ ਸੈਨਾਵਾਂ ਨੂੰ ਵਾਪਸ ਬੁਲਾਉਣ ਲਈ ਤਿਆਰ ਹਾਂ। ਪਰੰਤੂ ਅਸਲ ਦੇ ਵਿੱਚ ਸੋਵੀਅਤ ਸੰਘ ਦੀ ਪੋਜੀਸ਼ਨ ਇਸ ਇੰਟਰਫੀਰੈਂਸ ਕਰਕੇ ਇੰਨੀ ਮਾੜੀ ਹੋ ਗਈ ਸੀ, ਆਰਥਿਕ ਤੌਰ ਤੇ ਉਸ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ, ਬਹੁਤ ਜ਼ਿਆਦਾ ਸੈਨਿਕ ਤੌਰ ਤੇ ਉਸ ਦਾ ਨੁਕਸਾਨ ਹੋਇਆ, ਜਾਨੀ ਮਾਲੀ ਨੁਕਸਾਨ ਹੋਇਆ ਕਿ ਸੋਵੀਅਤ ਸੰਘ ਇੱਕ ਬਹਾਨਾ ਭਾਲ ਰਿਹਾ ਸੀ ਆਪਣੀ ਇੱਜ਼ਤ ਬਚਾ ਕੇ ਨਿਕਲਣ ਦਾ ਅਫਗਾਨਿਸਤਾਨ ਚੋਂ। ਫਿਰ ਜੈਨੇਵਾ ਸਮਝੌਤਾ ਜਿਹੜਾ ਹੋਇਆ ਉਹਦੇ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਸਮਝੌਤਾ ਕੀਤਾ ਆਪਸ ਦੇ ਵਿੱਚ ਕਿ ਅਸੀਂ ਇੱਕ ਦੂਸਰੇ ਦੇ ਕੰਮਾਂ ਦੇ ਵਿੱਚ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਾਂਗੇ ਅਤੇ ਸੋਵੀਅਤ ਸੰਘ ਨੇ ਉਸ ਆਧਾਰ ਤੇ ਫਿਰ ਅਫਗਾਨਿਸਤਾਨ ਦੇ ਵਿੱਚੋਂ ਆਪਣੀਆਂ ਸੈਨਾਵਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕੀਤਾ। ਇਹ ਕੰਮ ਉਹਨਾਂ ਨੇ 15 ਮਈ 1988 ਨੂੰ ਸ਼ੁਰੂ ਕੀਤਾ ਅਤੇ 15 ਫਰਵਰੀ 1999 ਤੱਕ ਸੈਨਾਵਾਂ ਦੀ ਵਾਪਸੀ ਦਾ ਕੰਮ ਸੀ ਜਿਹੜਾ ਉਹ ਮੁਕੰਮਲ ਕਰ ਲਿਆ। ਇਸ ਤਰ੍ਹਾਂ ਜਿਹੜਾ ਨਵ ਸ਼ੀਤ ਯੁੱਧ ਦਾ ਇੱਕ ਬਹੁਤ ਮਹੱਤਵਪੂਰਨ ਕਾਰਨ ਸੀ, ਜਿਸ ਨਾਲ ਅਸਲ ਦੇ ਵਿੱਚ ਨਵ ਸ਼ੀਤ ਯੁੱਧ ਸ਼ੁਰੂ ਹੋਇਆ ਸੀ 1979 ਦੇ ਵਿੱਚ, ਉਹ ਕਾਰਨ ਪੂਰੀ ਤਰ੍ਹਾਂ ਖਤਮ ਹੋ ਗਿਆ ਅਤੇ ਸ਼ੀਤ ਯੁੱਧ ਹੌਲੀ-ਹੌਲੀ ਮੱਠਾ ਪੈਣਾ ਸ਼ੁਰੂ ਹੋ ਗਿਆ। ਪੰਜਵੀਂ ਘਟਨਾ ਹੈ ਇਸ ਸਮੇਂ ਦੀ ਸਾਮਵਾਦ ਦਾ ਢਹਿ ਢੇਰੀ ਹੋਣਾ, ਵਿਸ਼ੇਸ਼ ਕਰਕੇ ਪੂਰਬੀ ਯੂਰਪ ਦੇ ਵਿੱਚ। 80ਵੀਆਂ ਦੇ ਆਖਰੀ ਗੇੜ ਦੇ ਵਿੱਚ ਸਾਮਵਾਦ ਨੇ ਖੁਰਨਾ ਸ਼ੁਰੂ ਕਰ ਦਿੱਤਾ ਸੀ ਅਤੇ 19 ਅਗਸਤ 1999 ਨੂੰ ਹੰਗਰੀ ਨੇ ਲੋਹੇ ਦੇ ਪਰਦੇ ਨੂੰ ਤੋੜਨਾ ਸ਼ੁਰੂ ਕਰਤਾ ਸੀ। ਜਿਹੜਾ ਵਿੰਸਟਨ ਚਰਚਿਲ ਨੇ ਕਿਹਾ ਸੀ ਕਿ ਲੋਹੇ ਦਾ ਪਰਦਾ ਪਾ ਦਿੱਤਾ ਹੈ ਸੋਵੀਅਤ ਸੰਘ ਨੇ ਕਮਿਊਨਿਸਟ ਰਾਜਾਂ ਅਤੇ ਨਾਨ ਕਮਿਊਨਿਸਟ ਰਾਜਾਂ ਦੇ ਵਿਚਕਾਰ। ਉਸ ਲੋਹੇ ਦੇ ਪਰਦੇ ਦੀ ਜਿਹੜੀ ਫਿਜ਼ੀਕਲ ਮੈਨੀਫੈਸਟੇਸ਼ਨ ਸੀ, ਪ੍ਰਤੱਖ ਤੌਰ ਤੇ ਦਿਖਾਈ ਦੇ ਰਿਹਾ ਸੀ, ਉਹ ਕਈ ਰੂਪਾਂ ਵਿੱਚ ਦਿਖਾਈ ਦੇ ਰਿਹਾ ਸੀ। ਲੋਹੇ ਦਾ ਪਰਦਾ ਕਿਤੇ ਬਰਲਿਨ ਦੀ ਕੰਧ ਦੇ ਰੂਪ ਦੇ ਵਿੱਚ, ਕਿਤੇ ਕੰਡਿਆਲੀਆਂ ਤਾਰਾਂ ਦੇ ਰੂਪ ਦੇ ਵਿੱਚ। ਅਤੇ ਹੰਗਰੀ ਨੇ ਪਹਿਲ ਕੀਤੀ 19 ਅਗਸਤ 1999 ਨੂੰ ਆਪਣੇ ਨਾਲ ਲੱਗਦੇ ਹੋਏ ਰਾਜ ਆਸਟਰੀਆ ਦੇ ਨਾਲ ਲੱਗਦੇ ਬਾਰਡਰ ਨੂੰ ਖੋਲ੍ਹ ਦਿੱਤਾ। ਇਹ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਅਤੇ ਲੋਹੇ ਦੇ ਪਰਦੇ ਦੇ ਵਿੱਚ ਪਾੜ ਪਾਉਣਾ ਸ਼ੁਰੂ ਕਰ ਦਿੱਤਾ। ਇਹ ਅਸਲ ਦੇ ਵਿੱਚ ਜੋ ਲੋਹੇ ਦੇ ਪਰਦੇ ਵਿੱਚ ਪਾੜ ਪਿਆ, ਇਹ ਸਾਮਵਾਦ ਦੇ ਖੁਰਨ ਦੀਆਂ ਨਿਸ਼ਾਨੀਆਂ ਸੀ, ਢਹਿ ਢੇਰੀ ਹੋਣ ਦੀਆਂ ਨਿਸ਼ਾਨੀਆਂ ਸੀ। ਫਿਰ ਜੋ ਇੱਕ ਹੋਰ ਬਹੁਤ ਮਹੱਤਵਪੂਰਨ ਘਟਨਾ ਵਾਪਰੀ ਇਸ ਸਮੇਂ ਦੇ ਦੌਰਾਨ 9 ਨਵੰਬਰ 1999 ਨੂੰ, ਜਿਹੜੀ ਬਰਲਿਨ ਦੇ ਦੋ ਹਿੱਸਿਆਂ ਨੂੰ, ਪੂਰਬੀ ਬਰਲਿਨ ਅਤੇ ਪੱਛਮੀ ਬਰਲਿਨ ਨੂੰ ਵੰਡਣ ਲਈ ਜਿਹੜੀ ਕੰਧ ਦੀ ਉਸਾਰੀ ਕੀਤੀ ਸੀ ਸੋਵੀਅਤ ਸੰਘ ਨੇ 60ਵਿਆਂ ਦੇ ਵਿੱਚ, ਉਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ। ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਉਸ ਕੰਧ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਅਤੇ ਉਹ ਕੰਧ ਤੋੜ ਕੇ ਜਿਹੜੇ ਬਰਲਿਨ ਦੇ ਦੋ ਹਿੱਸੇ ਬਣੇ ਹੋਏ ਸੀ, ਪੂਰਬੀ ਬਰਲਿਨ ਅਤੇ ਪੱਛਮੀ ਬਰਲਿਨ, ਦੋਹਾਂ ਦੇ ਵਿੱਚ ਏਕਤਾ ਕਾਇਮ ਕਰ ਦਿੱਤੀ। ਅਤੇ ਕਈ ਜਿਹੜੇ ਸਾਮਵਾਦੀ ਰਾਜ ਸੀ ਉਹਨਾਂ ਦੇ ਵਿੱਚ ਇਸ ਸਮੇਂ ਲੋਕਤੰਤਰ ਲਈ ਸੰਘਰਸ਼ ਸ਼ੁਰੂ ਹੋ ਗਿਆ। ਜਰਮਨ ਜਿਹੜਾ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵੱਡੀਆਂ ਸ਼ਕਤੀਆਂ ਨੇ ਵੰਡ ਲਿਆ ਸੀ, ਫਿਰ ਦੋ ਵੱਖੋ ਵੱਖਰੇ ਰਾਜਾਂ ਦਾ ਗਠਨ ਕਰ ਦਿੱਤਾ ਸੀ, FRG ਅਤੇ GDR, ਫੈਡਰਲ ਰਿਪਬਲਿਕ ਆਫ ਜਰਮਨੀ ਅਤੇ ਜਰਮਨ ਡੈਮੋਕ੍ਰੈਟਿਕ ਰਿਪਬਲਿਕ। ਹੰਗਰੀ ਦੁਆਰਾ ਲੋਹੇ ਦਾ ਪਰਦਾ ਤੋੜੇ ਜਾਣ ਤੋਂ ਬਾਅਦ ਦੋਹਾਂ ਜਰਮਨਾਂ ਦੇ ਵਿੱਚ ਵੀ ਏਕਤਾ ਲਈ ਯਤਨ ਆਰੰਭ ਹੋ ਗਏ। 1990 ਦੇ ਵਿੱਚ ਪੂਰਬੀ ਜਰਮਨ ਦੇ ਵਿੱਚ ਪਹਿਲੀ ਵਾਰੀ ਸੁਤੰਤਰ ਚੋਣਾਂ ਹੋਈਆਂ। ਪਹਿਲੀ ਵਾਰੀ ਦੂਸਰੀਆਂ ਪਾਰਟੀਆਂ ਨੂੰ ਵੀ ਮੌਕਾ ਮਿਲਿਆ ਪਾਰਟਿਸਿਪੇਟ ਕਰਨ ਦਾ ਇਲੈਕਸ਼ਨ ਦੇ ਵਿੱਚ, ਕਿਉਂਕਿ ਉੱਥੇ ਵੀ ਕਮਿਊਨਿਸਟ ਸ਼ਾਸਨ ਦੇ ਵਿਰੁੱਧ ਲੋਕਾਂ ਦਾ ਗੁੱਸਾ ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਪ੍ਰਤੱਖ ਤੌਰ ਤੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ। ਇਸ ਲਈ ਕਮਿਊਨਿਸਟ ਪਾਰਟੀ ਨੂੰ ਮਜਬੂਰ ਹੋਣਾ ਪਿਆ ਕਿ ਪਹਿਲੀ ਵਾਰੀ ਮਲਟੀ ਪਾਰਟੀ ਸਿਸਟਮ ਦੇ ਨਾਲ ਚੋਣਾਂ ਕਰਵਾਈਆਂ ਜਾਣ, ਸਾਰੀਆਂ ਧਿਰਾਂ ਨੂੰ ਮੌਕਾ ਦਿੱਤਾ ਜਾਵੇ ਚੋਣਾਂ ਵਿੱਚ ਪਾਰਟਿਸਿਪੇਟ ਕਰਨ ਦਾ। ਇਹ ਜਿਹੜੀਆਂ ਮਲਟੀ ਪਾਰਟੀ ਚੋਣਾਂ ਹੋਈਆਂ, ਪਹਿਲੀ ਵਾਰੀ ਸੁਤੰਤਰ ਚੋਣਾਂ ਹੋਈਆਂ ਪੂਰਬੀ ਜਰਮਨ ਦੇ ਗਠਨ ਤੋਂ ਬਾਅਦ 1990 ਦੇ ਵਿੱਚ, ਤਾਂ ਇਹਨਾਂ ਚੋਣਾਂ ਦੇ ਵਿੱਚ ਸਾਮਵਾਦੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਪੂਰਬੀ ਜਰਮਨ ਦੇ ਵਿੱਚ ਵੀ ਉਹਨਾਂ ਧਿਰਾਂ ਨੇ, ਉਹਨਾਂ ਪਾਰਟੀਆਂ ਨੇ ਰਲ ਕੇ ਸਰਕਾਰ ਬਣਾਈ ਸੀ ਜਿਹੜੀਆਂ ਮੰਨਦੀਆਂ ਸੀ ਕਿ ਦੋਵੇਂ ਜਰਮਨਾਂ ਦੇ ਲੋਕ ਇੱਕ ਨੇ, ਦੋਹਾਂ ਜਰਮਨ ਨੂੰ ਇੱਕ ਹੋ ਜਾਣਾ ਚਾਹੀਦਾ ਹੈ। ਕਮਿਊਨਿਸਟ ਪਾਰਟੀ ਉੱਥੇ ਬੁਰੀ ਤਰ੍ਹਾਂ ਹਾਰ ਗਈ ਸੀ ਪਹਿਲੀ ਵਾਰੀ 1990 ਵਿੱਚ। ਇਸ ਲਈ ਪੂਰਬੀ ਜਰਮਨ ਅਤੇ ਪੱਛਮੀ ਜਰਮਨ ਦੀਆਂ ਸਰਕਾਰਾਂ ਦੇ ਵਿੱਚ 23 ਅਗਸਤ 1990 ਨੂੰ ਇੱਕ ਰਲੇਵੇਂ ਦੀ ਸੰਧੀ ਤੇ ਹਸਤਾਖਰ ਹੋਏ,
31 ਅਗਸਤ 1990 ਨੂੰ ਜਰਮਨੀ ਦੇ ਏਕੀਕਰਨ ਦੀ ਸੰਧੀ ਤੇ ਹਸਤਾਖਰ ਹੋਏ ਅਤੇ 3 ਅਕਤੂਬਰ 1990 ਨੂੰ ਪੂਰਬੀ ਜਰਮਨੀ ਦਾ ਪੱਛਮੀ ਜਰਮਨੀ ਦੇ ਵਿੱਚ ਰਲੇਵਾਂ ਹੋ ਗਿਆ। ਇਸ ਤਰ੍ਹਾਂ ਜਿਹੜੀ ਆਰਟੀਫੀਸ਼ੀਅਲ ਵੰਡ ਕੀਤੀ ਗਈ ਸੀ ਪੂਰਬੀ ਜਰਮਨ ਅਤੇ ਪੱਛਮੀ ਜਰਮਨ ਦੇ ਵਿਚਕਾਰ, ਉਸ ਵੰਡ ਨੂੰ ਖਤਮ ਕਰ ਦਿੱਤਾ ਗਿਆ। ਦੋਵੇਂ ਜਰਮਨ ਨੇ ਜਿਹੜੇ ਇੱਕ ਹੋ ਗਏ ਦੁਬਾਰਾ ਤੋਂ। ਦੋਵਾਂ ਜਰਮਨਾਂ ਨੂੰ ਵੱਖਰਾ ਕਰਨ ਵਾਲਾ ਜਿਹੜਾ ਬਾਰਡਰ ਸੀ ਉਸ ਬਾਰਡਰ ਨੂੰ ਖਤਮ ਕਰ ਦਿੱਤਾ ਗਿਆ। ਲੋਕਾਂ ਨੇ ਇੱਕ ਦੂਜੇ ਪਾਸੇ ਆਉਣਾ ਜਾਣਾ ਸ਼ੁਰੂ ਕੀਤਾ। ਖੁਸ਼ੀ ਦਾ ਮਾਹੌਲ ਬਣਿਆ ਚਾਰੇ ਪਾਸੇ ਅਤੇ ਪੂਰੇ ਵਿਸ਼ਵ ਦੇ ਵਿੱਚ ਇਸ ਨੂੰ ਇੱਕ ਬਹੁਤ ਮਹੱਤਵਪੂਰਨ ਘਟਨਾ ਦੇ ਤੌਰ ਤੇ ਵੇਖਿਆ ਗਿਆ ਅਤੇ ਮਹੱਤਵਪੂਰਨ ਘਟਨਾ ਹੈ ਵੀ ਸੀ ਕਿਉਂਕਿ ਇਸ ਘਟਨਾ ਦੇ ਨਾਲ ਸ਼ੀਤ ਯੁੱਧ ਦੇ ਖਤਮ ਹੋਣ ਦੇ ਜਿਹੜੇ ਸਾਈਨ ਨੇ ਹੋਰ ਉੱਭਰ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਸੀ। ਇਸ ਤਰ੍ਹਾਂ ਜਿਹੜਾ ਜਰਮਨ ਦੀ ਵੰਡ ਬੇਸ਼ੱਕ ਜੇਤੂ ਰਾਜਾਂ ਨੇ ਕੀਤੀ ਸੀ, ਪਰੰਤੂ ਇਸ ਦੀ ਮੁੱਢ ਹੈ ਜੋ ਜਰਮਨ ਨੂੰ ਬਰਬਾਦ ਕਰਨ ਦਾ ਮੁੱਢ ਹੈ ਜੋ ਅਸੀਂ ਕਹਿ ਸਕਦੇ ਹਾਂ ਹਿਟਲਰ ਨੇ ਰੱਖ ਦਿੱਤਾ ਸੀ। ਹਿਟਲਰ ਨੇ ਆਪਣੀ ਨਾਜ਼ੀ ਪਾਰਟੀ ਦਾ ਗਠਨ ਕਰਕੇ ਆਪਣੀ ਸੱਜੇ ਪੱਖੀ ਨੀਤੀਆਂ ਨਾਲ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਜਰਮਨ ਲੋਕ ਨੇ ਜਿਹੜੇ ਸਰਵਉੱਚ ਨੇ, ਉਹਨਾਂ ਨੂੰ ਬਾਕੀ ਸਾਰੇ ਲੋਕਾਂ ਤੋਂ ਜ਼ਿਆਦਾ ਸਿਆਣਪ ਹੈ, ਬਾਕੀ ਸਾਰੇ ਲੋਕਾਂ ਤੇ ਸਾਰੀਆਂ ਕੌਮਾਂ ਤੇ ਉਹਨਾਂ ਦਾ ਸ਼ਾਸਨ ਕਰਨ ਦਾ ਹੱਕ ਬਣਦਾ ਹੈ। ਜਰਮਨ ਦੇ ਜਿਹੜੀਆਂ ਹਿਟਲਰ ਦੀਆਂ ਰਾਈਟਿਸਟ ਪਾਲਿਸੀਜ਼ ਸੀ, ਇਹਨਾਂ ਨੇ ਪੂਰੇ ਵਿਸ਼ਵ ਨੂੰ ਸੈਕੰਡ ਵਰਲਡ ਵਾਰ ਦੇ ਵਿੱਚ ਧੱਕਿਆ ਅਤੇ ਜਦੋਂ ਦੁਨੀਆ ਦੇ ਬਾਕੀ ਦੇ ਰਾਜ ਇਕੱਠੇ ਹੋ ਗਏ ਲੋਕਤੰਤਰ ਨੂੰ ਬਚਾਉਣ ਲਈ ਤਾਂ ਉਹਨਾਂ ਨੇ ਜਰਮਨ ਨੂੰ ਪਨਿਸ਼ ਕੀਤਾ, ਇਸ ਦੀ ਸਜ਼ਾ ਦਿੱਤੀ। ਜਿੱਥੇ ਹਿਟਲਰ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ, ਉੱਥੇ ਜਰਮਨ ਹੈ ਜਿਹੜਾ ਉਹ ਵੀ ਪੋਲਿਟਿਕਸ ਦਾ ਸ਼ਿਕਾਰ ਹੋਇਆ। ਉਸ ਦੀ ਦੋ ਹਿੱਸਿਆਂ ਦੇ ਵਿੱਚ ਵੰਡ ਹੋਈ, ਪੂਰਬੀ ਜਰਮਨ ਅਤੇ ਪੱਛਮੀ ਜਰਮਨ। ਪਰੰਤੂ 45 ਸਾਲ ਦਾ ਸੰਤਾਪ ਭੋਗਣ ਤੋਂ ਬਾਅਦ ਵੰਡ ਦਾ 1990 ਦੇ ਵਿੱਚ ਪੂਰਬੀ ਜਰਮਨ ਅਤੇ ਪੱਛਮੀ ਜਰਮਨ ਫਿਰ ਇਕੱਠੇ ਹੋ ਗਏ, ਫਿਰ ਇੱਕ ਹੋ ਗਏ। 7ਵੀਂ ਮਹੱਤਵਪੂਰਨ ਘਟਨਾ ਹੈ ਇਸ ਸਮੇਂ ਦੀ ਜਿਸ ਨੇ ਸ਼ੀਤ ਯੁੱਧ ਨੂੰ ਬਿਲਕੁਲ ਹੀ ਖਤਮ ਕੀਤਾ, ਸੋਵੀਅਤ ਸੰਘ ਦਾ ਟੁੱਟਣਾ, ਸੋਵੀਅਤ ਸੰਘ ਦਾ ਵਿਘਟਨ ਹੋ ਜਾਣਾ। ਸੋਵੀਅਤ ਸੰਘ ਕਿਉਂਕਿ ਅਲੱਗ-ਅਲੱਗ ਨਸਲਾਂ, ਅਲੱਗ-ਅਲੱਗ ਕੌਮਾਂ ਦੇ ਰਾਸ਼ਟਰਾਂ ਦੁਆਰਾ ਮਿਲ ਕੇ ਬਣਾਇਆ ਗਿਆ ਸੀ ਤੇ ਬਹੁਤੇ ਰਾਜ ਨੇ ਜਿਹੜੇ ਰਸ਼ੀਆ ਦੇ ਪ੍ਰੈਸ਼ਰ ਅਧੀਨ ਇਸ ਯੂਨੀਅਨ ਦੇ ਵਿੱਚ ਸ਼ਾਮਲ ਕੀਤੇ ਗਏ ਸੀ। ਜਦੋਂ ਸੋਵੀਅਤ ਸੰਘ ਦੀ ਕੇਂਦਰੀ ਸਰਕਾਰ ਦਾ ਨਿਯੰਤਰਣ ਢਿੱਲਾ ਪੈਣ ਲੱਗਿਆ ਤਾਂ ਜਿਹੜੇ ਬਾਕੀ ਦੇ ਰਾਜ ਸੀ ਉਹਨਾਂ ਨੇ ਹੌਲੀ-ਹੌਲੀ ਬਾਹਰ ਜਾਣ ਦੀਆਂ ਉੱਥੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਵਿਸ਼ੇਸ਼ ਕਰਕੇ ਪੂਰਬੀ ਯੂਰਪ ਦੇ ਰਾਜਾਂ ਨੇ ਸਾਮਵਾਦ ਨੂੰ ਲਾ ਕੇ ਲੋਕਤੰਤਰ ਅਪਣਾਉਣਾ ਸ਼ੁਰੂ ਕੀਤਾ ਅਤੇ ਅੰਤ ਵਿੱਚ 26 ਦਸੰਬਰ 1991 ਨੂੰ ਸੋਵੀਅਤ ਸੰਘ ਨੂੰ ਭੰਗ ਕਰ ਦਿੱਤਾ ਗਿਆ ਅਤੇ ਇਸ ਦੇ ਜਿਹੜੇ ਮੈਂਬਰ ਸੀ ਉਹ ਵੱਖੋ ਵੱਖਰੇ ਹੋ ਗਏ। 25 ਦਸੰਬਰ ਨੂੰ ਸੋਵੀਅਤ ਸੰਘ ਦੇ 8ਵੇਂ ਅਤੇ ਆਖਰੀ ਮੁਖੀ ਮਿਖਾਇਲ ਗੋਰਬਾਚੇਵ ਨੇ ਪਰਮਾਣੂ ਹਥਿਆਰਾਂ ਦੀਆਂ ਚਾਬੀਆਂ ਜੋ USSR ਦੀ ਵਿਰਾਸਤੀ ਸਟੇਟ ਸੀ ਰਸ਼ੀਆ, ਰੂਸ ਦੇ ਰਾਸ਼ਟਰਪਤੀ ਬੋਰਿਸ ਯੈਲਤਸਿਨ ਨੂੰ ਸੌਂਪ ਦਿੱਤੀਆਂ ਅਤੇ ਆਪਣਾ ਅਹੁਦਾ ਭੰਗ ਕਰ ਦਿੱਤਾ। ਇਸ ਤਰ੍ਹਾਂ ਇੱਕ ਮਹਾਸ਼ਕਤੀ ਦੇ ਟੁੱਟ ਜਾਣ ਨਾਲ ਸ਼ੀਤ ਯੁੱਧ ਵੀ ਸਮਾਪਤ ਹੋ ਗਿਆ ਅਤੇ ਸੋਵੀਅਤ ਸੰਘ ਦੀ ਜੋ ਵਿਰਾਸਤੀ ਸਟੇਟ ਬਣੀ ਉਹ ਰਸ਼ੀਅਨ ਫੈਡਰੇਸ਼ਨ ਬਣੀ। ਵਿਰਾਸਤੀ ਸਟੇਟ ਦਾ ਭਾਵ ਹੈ ਕਿ ਪਰਮਾਣੂ ਹਥਿਆਰਾਂ ਤੇ ਨਿਯੰਤਰਣ, ਸੋਵੀਅਤ ਸੰਘ ਦੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਪਰਮਾਨੈਂਟ ਸੀਟ, ਇਹ ਸਾਰੀਆਂ ਨੇ ਜਿਹੜੀਆਂ ਸਾਰੀਆਂ ਦੇਣਦਾਰੀਆਂ, ਸਾਰੀਆਂ ਲੈਣਦਾਰੀਆਂ ਇਹ ਰਸ਼ੀਅਨ ਫੈਡਰੇਸ਼ਨ ਦੇ ਹਿੱਸੇ ਆਈਆਂ। ਇਹਨਾਂ ਸਾਰੀਆਂ ਘਟਨਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਸ਼ੀਤ ਯੁੱਧ ਪੂਰੇ ਸੰਸਾਰ ਲਈ ਸ਼ਰਾਪ ਬਣਿਆ ਰਿਹਾ ਹੈ। ਲਗਭਗ 4-4.5 ਦਹਾਕੇ ਪੂਰੇ ਸੰਸਾਰ ਨੂੰ ਇਸ ਨੇ ਸੂਲੀ ਤੇ ਟੰਗ ਕੇ ਰੱਖਿਆ ਹੈ। ਪੂਰੇ ਸੰਸਾਰ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਬਰੂਦ ਦੇ ਢੇਰ ਤੇ ਬੈਠਾ ਹੋਵੇ ਜਿਹੜਾ ਕਿਸੇ ਵੀ ਸਮੇਂ ਫਟ ਕੇ ਪੂਰੀ ਮਨੁੱਖਤਾ ਨੂੰ ਨਹੀਂ ਪੂਰੇ ਸੰਸਾਰ ਨੂੰ ਤਬਾਹ ਕਰ ਸਕਦਾ ਹੈ। ਸ਼ੀਤ ਯੁੱਧ ਦੀ ਸਮਾਪਤੀ ਦੇ ਨਾਲ ਹਥਿਆਰਾਂ ਦੀ ਦੌੜ ਦੇ ਵਿੱਚ ਵੀ ਕਾਫੀ ਕਮੀ ਆਈ ਹੈ ਅਤੇ ਦੁਨੀਆ ਦੇ ਵਿੱਚ ਇੱਕ ਮਹਾਸ਼ਕਤੀ ਦੇ ਖਤਮ ਹੋਣ ਤੋਂ ਬਾਅਦ ਦੁਨੀਆ ਅਸੀਂ ਕਹਿ ਸਕਦੇ ਇੱਕ ਧਰੁਵੀ ਬਣ ਗਈ ਹੈ ਜਿਸ ਵਿੱਚ ਸ਼ਕਤੀ ਦਾ ਮੇਜਰ ਧਰੁਵ ਹੈ, ਜੋ ਮੇਜਰ ਪੋਲ ਹੈ ਉਹ USA ਹੈ। ਸੈਨਿਕ ਖੇਤਰ ਦੇ ਵਿੱਚ, ਆਰਥਿਕ ਖੇਤਰ ਦੇ ਵਿੱਚ ਅਜੇ ਕੋਈ ਹੋਰ ਰਾਜ USA ਦੇ ਨੇੜੇ ਤੇੜੇ ਨਹੀਂ ਪਹੁੰਚਿਆ ਸ਼ਕਤੀ ਦੇ ਸੰਬੰਧ ਦੇ ਵਿੱਚ। ਇਸ ਤਰ੍ਹਾਂ ਵਿਸ਼ਵ ਨੇ ਆਪਣੇ ਆਪ ਨੂੰ ਦੋ ਧਰੁਵੀ ਤੋਂ ਇੱਕ ਧਰੁਵੀ ਦੇ ਵਿੱਚ ਬਦਲ ਲਿਆ ਹੈ ਅਤੇ ਸ਼ੀਤ ਯੁੱਧ ਹੈ ਜਿਹੜਾ ਉਹ 1991 ਦੇ ਵਿੱਚ USSR ਦੇ ਟੁੱਟਣ ਨਾਲ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਬਹੁਤ ਬਹੁਤ ਧੰਨਵਾਦ ਤੇ ਗੁੱਡ ਲੱਕ।